ਬੰਬ ਬਲਾਸਟ ਹੋਇਆ। ਉਹ ਬੰਬ ਬਲਾਸਟ ਵਾਲਾ ਬੰਦਾ ਜਿਹੜਾ ਉਹਦੇ ਲਿੰਕ ਵੀ ਲੱਭ ਗਿਆ ਕਿੱਥੋਂ ਦਾ, ਉਹ ਬੰਦੇ ਦਾ ਪਤਾ ਵੀ ਲੱਗ ਗਿਆ ਵਾ ਕਿੱਥੋਂ ਦਾ। ਤੇ ਜਿਹੜਾ ਹਰਮੰਦਰ ਸਾਹਿਬ ਤੋਂ ਬੰਦਾ ਫੜਿਆ ਉਹ 4 ਦਿਨਾਂ ਬਾਅਦ ਉਹ ਲਾਸ਼ ਦਾ ਸੰਸਕਾਰ ਕਰ ਦਿੱਤਾ ਤੇ ਅੱਜ ਤੱਕ ਉਹਦਾ ਪਤਾ ਨਹੀਂ ਉਹ ਕਿੱਥੋਂ ਦਾ, ਉਹ ਕਿੰਨੇ ਭੇਜਿਆ ਤੇ ਕਿਵੇਂ ਆਇਆ। ਇਹ ਪਲੈਨਟ ਪ੍ਰੋਗਰਾਮ ਹੈ, ਏਜੰਸੀਆਂ ਦਾ ਕੰਮ ਹੈ। ਏਜੰਸੀਆਂ ਨੇ ਇਹ ਬੰਦੇ ਛੱਡੇ ਆ ਤੇ ਇਹ ਉਹਨਾਂ ਚਿਰ ਤੱਕ ਘਟਨਾਵਾਂ ਰੁਕਣੀਆਂ ਨਹੀਂ ਜਿੰਨਾ ਚਿਰ ਤੱਕ ਇਹਨਾਂ ਬੰਦਿਆਂ ਨੂੰ ਸੋਧਾ ਨਾ ਲੱਗਾ। ਇਹ ਬਹੁਤ ਮਾੜੀ ਗੱਲ ਹੋਈ ਆ, ਸਾਨੂੰ ਇਸ ਗੱਲ ਦਾ ਬਹੁਤ ਦੁੱਖ ਆ। ਸਾਰੀ ਸੰਗਤ ਜਿਹੜੀ ਆ ਇਹ ਹੁਣ ਇਸੇ ਇਕੱਠੀ ਹੋਈ ਆ ਕਿ ਸਾਨੂੰ ਇਹਦਾ ਨਿਆਂ ਮਿਲਣਾ ਚਾਹੀਦਾ, ਸਰਕਾਰ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਇੰਨੀਆਂ ਬੇਅਦਬੀਆਂ ਤੋਂ ਪਹਿਲਾਂ ਵੀ 2009 ਤੋਂ ਚੱਲਣ ਡੀਆਂ ਨੇ, ਕਿਸੇ ਦਾ ਨਿਆਂ ਨਹੀਂ ਮਿਲਿਆ। ਸਰਕਾਰ ਬਿਲਕੁਲ ਢਿੱਲੀ ਆ। ਲਿਆ ਕੇ ਢੋਲਕੀ ਵਗੈਰਾ ਹੀ ਉੱਥੇ ਸਮਾਨ ਪਿਆ, ਚਮਟਾ ਵਗੈਰਾ ਉਹ ਲਿਆ ਕੇ ਸਾਰਿਆਂ ਨੇ ਬਾਹਰ ਲਿਆ ਕੇ ਖਿਲਾਰਾ ਪਾਤਾ ਸਾਰੇ ਦਾ। ਤੇ ਇਹ ਗੁਰਕਾ ਲੈ ਕੇ ਤੇ ਇੱਕ ਰਮਾਲਾ ਲੈ ਕੇ ਵੱਡਾ ਬੈਗ ਤੇ ਉਹ ਸਿਰ ਤੇ ਰੱਖ ਕੇ ਤੇ ਚੌਰ ਲੈ ਕੇ ਤੇ ਬਾਹਰ ਚਲ ਗਿਆ। ਤੇ ਫਿਰ ਬਾਹਰ ਜੋ ਨਿਕਲਿਆ ਤੋਂ ਦਿਖਿਆ बहुत दूर अब जो तुमने किया क्यों किया वो तो जो आपने जिन्ने भी बंदे फड़ के पुलिस ਨੂੰ ਦਿੱਤੇ ਆ, ਪੁਲਿਸ ਨੇ ਕੋਈ ਰਿਜ਼ਲਟ ਕੱਢਿਆ? ਇੱਕ ਹੀ ਗੱਲ ਪੁਲਿਸ ਕੋਲੇ ਘੜੀ ਘੜਾਈ ਗੱਲ ਹੁੰਦੀ ਆ ਭਈ ਇਹ ਬੰਦਾ ਜਿਹੜਾ ਆ ਇਹ ਮੈਂਟਰੀ ਅਫਸਰ ਸੀਗਾ। ਇਹ ਜਿੱਦਾਂ ਪ੍ਰਵਾਸੀ ਮਜ਼ਦੂਰ ਕਾਫੀ ਆਉਂਦੇ ਨੇ ਪਿੰਡਾਂ 'ਚ, ਬੜੇ ਤਰ੍ਹਾਂ ਤੋਂ ਰਹਿ ਰਹੇ ਨੇ। ਕੀ ਇਹ ਕੋਈ ਪ੍ਰਵਾਸੀ ਮਜ਼ਦੂਰ ਸੀ ਜਿਹੜਾ ਲਾਗੇ ਰਹਿ ਰਿਹਾ ਸੀਗਾ ਕਿ ਪਹਿਲੀ ਵਾਰੀ ਆਇਆ ਸੀ? ਨਹੀਂ, ਮਜ਼ਦੂਰ ਨਹੀਂ ਹੈਗਾ ਇਹ, ਮਜ਼ਦੂਰ ਨਹੀਂ ਹੈਗਾ ਇਹ, ਮਜ਼ਦੂਰ ਨਹੀਂ ਕਹਿ ਸਕਦੇ ਆਪਾਂ ਇਹਨੂੰ। ਜਦੋਂ ਵੀ ਇਲੈਕਸ਼ਨ ਆਈ ਆ, ਜਦੋਂ ਵੀ ਕਿਹੋ ਜਿਹੀ ਗੱਲ ਹੁੰਦੀ ਆ, ਇਹ ਕੰਮ ਸ਼ੁਰੂ ਹੋ ਜਾਂਦੇ ਆ। ਔਰ ਇਹ ਅੱਜ 3 ਮਹੀਨੇ ਹੋ ਗਏ ਇਸ ਗੱਲ ਨੂੰ, 3-4 ਮਹੀਨੇ ਲਗਾਤਾਰ ਇਹ ਕੰਮ ਸ਼ੁਰੂ ਹੋਇਆ। ਉਸ ਬੰਦੇ ਦਾ ਅੰਗੂਠਾ ਲੈ ਕੋਈ ਬਾਇਓਡਾਟਾ ਨਹੀਂ ਆਇਆ। ਉਹਨਾਂ ਦੇ ਸਾਰੇ ਬਾਇਓਡਾਟੇ ਡਿਲੀਟ ਕਰਕੇ ਭੇਜੇ ਆ। ਇਹਨਾਂ ਬੰਦਿਆਂ ਦਾ ਅੰਗੂਠਾ ਲੈ ਬਾਇਓਡਾਟਾ ਨਹੀਂ ਹੋਣਾ। ਇਹਨਾਂ ਬੰਦਿਆਂ ਦਾ ਪ੍ਰਸ਼ਾਸਨ ਨੇ ਇਹਨਾਂ ਨੂੰ ਨਹੀਂ, ਇਹਨਾਂ ਦਾ ਅੱਗਾ ਪਿਛਾ ਲੱਭ ਸਕਦੇ ਕੁਝ ਵੀ। ਇਹਨਾਂ ਬੰਦਿਆਂ ਦਾ ਇੱਕ ਹੀ ਹੱਲ ਆ ਵੀ ਇਹਨਾਂ ਬੰਦਿਆਂ ਨੂੰ ਮੌਕੇ ਤੇ ਸੋਧਾ ਲੱਗੇ। ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖ ਰਹੇ ਹੋ ਕਿ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਜੇ ਅੱਜ ਤਾਜ਼ਾ ਗੱਲ ਕਰੀਏ ਤੇ ਸਰਹੱਦੀ ਤਹਿਸੀਲ ਇਨਾਲਾ ਦੇ ਵਿੱਚ ਮੌਜੂਦ ਹਾਂ ਅਸੀਂ। ਇੱਥੇ ਪਿੰਡ ਨਪਾਲਾਂ ਦੇ ਨਾਲ ਹੀ ਅੱਡਾ ਭੱਗੂਪੁਰਾ ਦੇ ਵਿੱਚ, ਜਿੱਥੇ ਕਿ ਇੱਥੇ ਡੇਰੇ ਨੇ ਛੋਟੇ-ਛੋਟੇ, ਪਰ ਡੇਰਿਆਂ ਦੇ ਵਿੱਚ ਸਥਿਤ ਸੜਕ ਦੇ ਉੱਤੇ ਇੱਕ ਗੁਰਦੁਆਰਾ ਸਥਿਤ ਨੇ। ਉਸ ਗੁਰਦੁਆਰਾ ਦੇ ਵਿੱਚ ਅੱਜ ਦੁਪਹਿਰ ਦੇ ਟਾਈਮ 2 ਵਜੇ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਗੱਲ ਕਰੀਏ, ਇੱਕ ਪਰਦੇਸੀ ਵੱਲੋਂ ਗੱਲ ਕਰੀਏ, ਉਸਨੇ ਇੱਥੇ ਆਣ ਕੇ ਬੇਅਦਬੀ ਦਾ ਜਿਹੜਾ ਕਰਨ ਦਾ ਜਿਹੜਾ ਦੋਸ਼ ਕੀਤਾ ਹੈ। ਉਸ ਦੇ ਨਾਲ ਚੱਲਦਿਆਂ ਪਿੰਡ ਵਾਲਿਆਂ ਨੇ, ਗੁਰਦੁਆਰਾ ਦੇ ਪ੍ਰਬੰਧਕਾਂ ਨੇ ਜਿਹੜਾ ਵਾ ਉਹ ਦੋਸ਼ੀ ਨੂੰ ਫੜ ਲਿਆ ਆ ਤੇ ਫੜ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਜਿਹੜੀ ਪੁੱਛਗਿੱਛ ਜਿਹੜੀ ਜਾਰੀ ਆ ਉਸ ਤਰੀਕੇ ਨਾਲ ਚੱਲਦੇ ਆ। ਇੱਥੇ ਲਗਾਤਾਰ ਪਿੰਡ ਦੇ ਜਿਹੜੇ ਲੋਕ ਨੇ, ਜਿਹੜੇ ਹੋਰ ਵੀ ਇਲਾਕਾ ਨਿਵਾਸੀ ਨੇ, ਸਾਧ ਸੰਗਤਾਂ ਨੇ ਇੱਥੇ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ। ਭਾਰੀ ਰੋਸ ਜਿਹੜਾ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਇਸ ਚੀਜ਼ ਦਾ ਲੈ ਕੇ, ਸ਼ਰਧਾਲੂਆਂ ਦੇ ਵਿੱਚ ਪਾਇਆ ਜਾ ਰਿਹਾ ਕਿ ਇੱਕ ਲਗਾਤਾਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਅੱਜ ਜਿਹੜੀ ਫੇਰ ਨਵੀਂ ਬੇਅਦਬੀ ਹੋਈ ਹੈ। ਇੱਥੇ ਗ੍ਰੰਥੀ ਸਾਹਿਬ ਗੁਰਦੁਆਰਾ ਦੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜੀ ਬੜੀ ਮੰਦਭਾਗੀ ਘਟਨਾ ਹੋਈ ਆ ਕਿ ਨਪਾਲਾਂ ਦੇ ਲਾਗੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ। ਹਾਂਜੀ, ਇਹ ਬਹੁਤ ਮਾੜੀ ਗੱਲ ਹੋਈ ਆ, ਸਾਨੂੰ ਇਸ ਗੱਲ ਦਾ ਬਹੁਤ ਦੁੱਖ ਆ। ਸਾਰੀ ਸੰਗਤ ਜਿਹੜੀ ਆ ਇਹ ਹੁਣ ਇਸੇ ਇਕੱਠੀ ਹੋਈ ਆ ਕਿ ਸਾਨੂੰ ਇਹਦਾ ਨਿਆਂ ਮਿਲਣਾ ਚਾਹੀਦਾ, ਸਰਕਾਰ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਇੰਨੀਆਂ ਬੇਅਦਬੀਆਂ ਤੋਂ ਪਹਿਲਾਂ ਵੀ 2009 ਤੋਂ ਚੱਲਣ ਡੀਆਂ ਨੇ, ਕਿਸੇ ਦਾ ਨਿਆਂ ਨਹੀਂ ਮਿਲਿਆ। ਸਰਕਾਰ ਬਿਲਕੁਲ ਢਿੱਲੀ ਆ, ਕੱਖ ਨਹੀਂ ਕਰ ਰਹੇ। ਪਰ ਤੁਹਾਨੂੰ ਕਿਸ ਤਰ੍ਹਾਂ ਦਾ ਪਤਾ ਲੱਗਾ ਜੋ ਤੁਸੀਂ ਆਣ ਕੇ ਦੇਖਿਆ, ਕਿਸ ਤਰੀਕੇ ਦੇ ਹਾਲਾਤ ਸੀਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ? ਗੁਰੂ ਮਹਾਰਾਜ ਨੇ ਰੱਖਤਾ ਜਿਹਦੇ ਪ੍ਰਸ਼ਾਦ ਵਾਲਾ ਟੇਬਲ ਉੱਤੇ ਰੱਖਤਾ, ਲਿਆ ਕੇ ਤੋਂ ਟੇਬਲ ਥੜੇ ਤੋਂ ਲਿਆ ਕੇ ਚੁੱਕ ਕੇ ਤੇ ਉੱਥੇ ਮੁੜ ਕੇ ਲਿਆ ਕੇ ਨੇ ਪ੍ਰਕਾਸ਼ ਕਰਤਾ ਆ। ਤੇ ਬਾਕੀ ਇਹਨੇ ਅੰਦਰ ਜਿਹੜੇ ਸ਼ਾਸਤਰ ਸਜਾਏ ਉਹ ਸਾਰੇ ਇਹਨੇ ਗਾਂਹ-ਪਛਾਂ ਕਰ ਦਿੱਤੇ, ਖਿਲਾਰ ਦਿੱਤੇ, ਪ੍ਰਸ਼ਾਦ ਖਿਲਾਰਤਾ, ਰਮਾਲੇ ਖਿਲਾਰਤੇ, ਫੁੱਲ ਤੋੜ ਦਿੱਤੇ। ਹੋਰ ਅੰਦਰੋਂ ਸੌਖਾ ਸਮਝੋ ਲਿਆ ਕੇ ਢੋਲਕੀ ਵਗੈਰਾ ਹੀ ਉੱਥੇ ਸਮਾਨ ਪਿਆ, ਚਮਟਾ ਵਗੈਰਾ ਉਹ ਲਿਆ ਕੇ ਸਾਰਿਆਂ ਨੇ ਬਾਹਰ ਲਿਆ ਕੇ ਖਿਲਾਰਾ ਪਾਤਾ ਸਾਰੇ ਦਾ। ਤੇ ਇਹ ਗੁਰਕਾ ਲੈ ਕੇ ਤੇ ਇੱਕ ਰਮਾਲਾ ਲੈ ਕੇ ਵੱਡਾ ਬੈਗ ਤੇ ਉਹ ਸਿਰ ਤੇ ਰੱਖ ਕੇ ਤੇ ਚੌਰ ਲੈ ਕੇ ਤੇ ਬਾਹਰ ਚਲ ਗਿਆ। ਤੇ ਫਿਰ ਬਾਹਰ ਜੋ ਨਿਕਲਿਆ ਤੋਂ ਦਿਖਿਆ। ਕਿੰਨੇ ਕੁ ਵਜੇ ਦੀ ਗੱਲ ਹੋਏਗੀ? ਕੋਈ ਟਾਈਮ ਕੋਈ ਨੋਟ ਕੀਤਾ ਤੁਸੀਂ? 2 ਵਜੇ ਦੀ ਗੱਲ ਹੋਏਗੀ ਸ਼ਾਇਦ। ਦੁਪਹਿਰ ਦੇ 2 ਵਜੇ ਦੀ ਗੱਲ ਹੈ ਜੀ। ਤੇ ਕੋਈ ਸੀਸੀਟੀਵੀ ਦੀ ਇੱਥੇ ਪ੍ਰਬੰਧ ਹੈਗਾ ਜੀ? ਸੀਸੀਟੀਵੀ ਦੀ ਕੋਈ ਫੁਟੇਜ ਸਾਹਮਣੇ ਆਈ ਹੈ ਜੀ? ਹਾਂ, ਫੋਟੋਆਂ ਹੈਗੀ ਆ, ਸੀਸੀਟੀਵੀ ਕੈਮਰੇ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਸਾਰਾ ਕੁਝ ਕੱਢਿਆ ਵੀ ਇਹਨੇ ਕੀ ਕੀਤਾ। ਪਹਿਲਾਂ ਤਾਂ ਸਾਨੂੰ ਇਹੋ ਪਤਾ ਲੱਗਿਆ ਜਦੋਂ ਬਾਹਰ ਆਇਆ ਤਾਂ ਫੇਰ ਹੀ ਵੇਖਿਆ ਸੀ ਇਹਨੂੰ। ਤੇ ਇਹਨੇ ਜਦੋਂ ਚੌਰ ਘਮਾਉਂਦਾ ਗਿਆ ਤੇ ਫਿਰ ਬਾਹਰੋਂ ਕਿਸੇ ਪੱਠੇ ਵੱਢਣ ਡਿਆ ਮੁੰਡਾ, ਉਹਨੇ ਵੇਖਿਆ ਵੀ ਇਹ ਚੌਰ ਕੌਣ ਘਮਾਉਣ ਡਿਆ, ਕੀ ਚੱਕਰ ਆ। ਉਹ ਭੱਜ ਕੇ ਆਏ, ਮੁੜ ਕੇ ਭੱਜ ਕੇ ਕਿਸੇ ਘਰ ਨੂੰ ਚਲ ਗਿਆ। ਉਹਨਾਂ ਬੰਦੇ ਉੱਥੇ ਕਾਬੂ ਕਰ ਲਿਆ ਉਹਨੂੰ। ਇਹ ਜਿੱਦਾਂ ਪ੍ਰਵਾਸੀ ਮਜ਼ਦੂਰ ਕਾਫੀ ਆਉਂਦੇ ਨੇ ਪਿੰਡਾਂ 'ਚ, ਬੜੇ ਤਰ੍ਹਾਂ ਤੋਂ ਰਹਿ ਰਹੇ ਨੇ। ਕੀ ਇਹ ਕੋਈ ਪ੍ਰਵਾਸੀ ਮਜ਼ਦੂਰ ਸੀ ਜਿਹੜਾ ਲਾਗੇ ਰਹਿ ਰਿਹਾ ਸੀਗਾ ਕਿ ਪਹਿਲੀ ਵਾਰੀ ਆਇਆ ਸੀ? ਨਹੀਂ, ਮਜ਼ਦੂਰ ਨਹੀਂ ਹੈਗਾ ਇਹ, ਮਜ਼ਦੂਰ ਨਹੀਂ ਹੈਗਾ ਇਹ, ਮਜ਼ਦੂਰ ਨਹੀਂ ਕਹਿ ਸਕਦੇ ਆਪਾਂ ਇਹਨੂੰ।
ਐਸਜੀਪੀਸੀ ਤੋਂ ਪਿੱਟੇਵੜ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਪਿੱਟੇਵੜ ਸਾਹਿਬ, ਕਿੱਦਾਂ ਵੇਖਦੇ ਹੋ ਤੁਸੀਂ ਅੱਜ ਫੇਰ ਜਿਹੜੀ ਬੜੀ ਮੰਦਭਾਗੀ ਘਟਨਾ ਹੋਈ ਆ, ਕਿਉਂਕਿ ਅਜਨਾਲੇ ਦੇ ਬਿਲਕੁਲ ਕਰੀਬ? ਹੁਣ ਦੋ ਤੇ ਤਰ੍ਹਾਂ ਕੇ ਕਿੱਦਾਂ ਵੇਖਦੇ ਹੋ ਤੁਸੀਂ? ਵੇਖੋ ਜੀ, ਵੇਖਣਾ ਕੀ ਹੈ ਜੀ, ਅਸੀਂ ਇਹ ਗੱਲ ਸਮਝਦੇ ਹਾਂ ਕਿ ਗੁਰੂ ਘਰਾਂ ਦੇ ਵੱਲ ਇਹ ਜਿਹੜੇ ਮੂੰਹ ਹੁੰਦੇ ਆ, ਇਹ ਕਿਉਂ ਹੋਰ ਧਰਮਾਂ ਵੱਲ ਕੋਈ ਗੱਲ ਨਹੀਂ, ਤੇ ਸਿਰਫ ਇਸ ਸਿੱਖ ਧਰਮ ਵੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਹਦੀ ਬੇਅਦਬੀ ਕਰਨ ਵੱਲ ਕਿਉਂ? ਕਾਰਨ ਕੀ ਆ? ਜਦੋਂ ਵੀ ਇਲੈਕਸ਼ਨ ਆਈ ਆ, ਜਦੋਂ ਵੀ ਕਿਹੋ ਜਿਹੀ ਗੱਲ ਹੁੰਦੀ ਆ, ਇਹ ਕੰਮ ਸ਼ੁਰੂ ਹੋ ਜਾਂਦੇ ਆ। ਔਰ ਇਹ ਅੱਜ 3 ਮਹੀਨੇ ਹੋ ਗਏ ਇਸ ਗੱਲ ਨੂੰ, 3-4 ਮਹੀਨੇ ਲਗਾਤਾਰ ਇਹ ਕੰਮ ਸ਼ੁਰੂ ਹੋਇਆ, ਔਰ ਲਗਾਤਾਰ ਇਹ ਕੰਮ ਹੁੰਦੇ ਆਏ ਆ। ਪ੍ਰਸ਼ਾਸਨ ਨੂੰ ਜਿਹੜਾ ਬੰਦਾ ਮਿਲ ਜਾਂਦਾ, ਪ੍ਰਸ਼ਾਸਨ ਉਹਨੂੰ ਟੈਰੋਗੇਟ ਕਰਦਾ, ਉਹ ਤੇ 295 ਲਾਉਂਦਾ, ਆਪਣੇ ਘਰ ਨੂੰ ਭੇਜ ਦਿੰਦਾ, ਜੇਲ੍ਹ ਨੂੰ ਭੇਜ ਦਿੰਦਾ। ਉਹ ਜੇਲ੍ਹ 'ਚੋਂ ਜ਼ਮਾਨਤ ਹੁੰਦੀ, ਉਹ ਆਪਣੇ ਘਰ ਚੱਲ ਜਾਂਦਾ। ਸੋ ਇਹ ਜਿਹੜੀਆਂ ਗੱਲਾਂ ਪ੍ਰਸ਼ਾਸਨ ਨੂੰ ਚਾਹੀਦਾ, ਇਹਨਾਂ ਬੰਦਿਆਂ ਨੂੰ ਟੈਰੋਗੇਟ ਕਰਕੇ ਉੱਥੋਂ ਤੱਕ ਪਹੁੰਚਣ ਜਿੱਥੋਂ ਤੱਕ ਜਿਹੜੇ ਬੰਦੇ ਇਹਨਾਂ ਨੂੰ ਘੱਲਦੇ ਆ, ਕਿੱਥੋਂ ਇਹ ਤੁਰਦੇ ਆ, ਕਿਉਂ ਇਹ ਕਰਦੇ ਆ, ਕਾਰਨ ਇਹਦਾ ਲੱਭਿਆ ਜਾਵੇ। ਉਹ ਇਹਨੂੰ ਝਟਕਣਾ ਹੀ ਗੱਲ ਆ। ਸੋ ਇਹ ਜਿਹੜੀ ਗੱਲ ਜੇ ਆਪਾਂ ਇਹਨੂੰ ਕਰਕੇ ਇੱਥੇ ਛੱਡ ਦਿੰਨੇ ਆ, 295 ਲਾਈ ਤੇ ਬੰਦਾ ਜੇਲ੍ਹ ਭੇਜਤਾ, ਉਹ ਇਹ ਜਿਹੜੀਆਂ ਗੱਲਾਂ ਨਾ, ਇਹ ਸੰਗਤ ਨਹੀਂ ਜਰਦੀ। ਸੰਗਤ ਗੁਰੂ ਨੂੰ, ਸਾਡੇ ਗੁਰੂ ਨੂੰ ਸਾਡਾ ਪਿਤਾ ਆ ਉਹ, ਤੇ ਸੰਗਤ ਜਿਹੜੀ ਆ, ਇਸ ਕੌਮ ਜਿਹੜੀ ਆ, ਭਾਵੇਂ ਜਿੱਥੇ ਮਰਜੀ ਕੁਝ ਨੁਕਸਾਨ ਹੋ ਜੇ, ਪਰ ਜਦੋਂ ਗੁਰੂ ਦੀ ਗੱਲ ਆ ਜਾਂਦੀ ਆ, ਫਿਰ ਕੋਈ ਪਿੱਛੇ ਨਹੀਂ ਹਟਦਾ। ਸੋ ਇਸ ਕਰਕੇ ਅਸੀਂ ਆਨੇ ਆ ਵੀ ਇਹ ਜਿਹੜੀਆਂ ਗੱਲਾਂ ਇਹਨਾਂ ਨੂੰ ਇੰਟੈਲੀਜੈਂਸ ਵੀ, ਸਰਕਾਰ ਇਹਦੇ ਵੱਲ ਹੋਰ ਗੱਲਾਂ ਛੱਡ ਕੇ ਸਰਕਾਰ ਇੱਧਰ ਧਿਆਨ ਦੇਵੇ, ਔਰ ਇਹ ਧਿਆਨ ਦੇ ਕੇ ਇਸ ਪਾਸੇ ਲਾਇਆ ਜਾਵੇ। ਸੈਂਟਰ ਸਰਕਾਰ ਵੀ ਇਹਦੇ 'ਚ ਰੁੱਝੀ ਇਸੇ ਕੰਮ 'ਚ, ਤੇ ਮੈਂ ਸਮਝਦਾ ਪੰਜਾਬ ਸਰਕਾਰ ਵੀ ਇਸੇ ਕੰਮ 'ਚ ਰੁੱਝੀ ਆ। ਮੈਂ ਅੱਗੇ ਵੀ ਕਿਹਾ ਤੁਹਾਨੂੰ ਕਿ ਜਿਹੜਾ ਬੰਬ ਬਲਾਸਟ ਹੋਇਆ, ਉਹ ਬੰਬ ਬਲਾਸਟ ਵਾਲਾ ਬੰਦਾ ਜਿਹੜਾ, ਉਹਦੇ ਲਿੰਕ ਵੀ ਲੱਭ ਗਿਆ ਕਿੱਥੋਂ ਦਾ, ਉਹ ਬੰਦੇ ਦਾ ਪਤਾ ਵੀ ਲੱਗ ਗਿਆ ਵਾ ਕਿੱਥੋਂ ਦਾ। ਤੇ ਜਿਹੜਾ ਹਰਮੰਦਰ ਸਾਹਿਬ ਤੋਂ ਬੰਦਾ ਫੜਿਆ, ਉਹ 14 ਦਿਨਾਂ ਬਾਅਦ ਉਹ ਲਾਸ਼ ਦਾ ਸੰਸਕਾਰ ਕਰ ਦਿੱਤਾ, ਤੇ ਅੱਜ ਤੱਕ ਉਹਦਾ ਪਤਾ ਨਹੀਂ ਉਹ ਕਿੱਥੋਂ ਦਾ, ਉਹ ਕਿੰਨੇ ਭੇਜਿਆ ਤੇ ਕਿਵੇਂ ਆਇਆ। ਬੰਬ ਬਲਾਸਟ ਵਾਲੇ ਦੇ ਜਿਹੜੇ ਉਹ ਪਤਾ ਲੱਗ ਗਿਆ। ਸੋ ਕਿਉਂ ਇਹ ਫਰਕ ਕਿਉਂ ਆ? ਕਿਉਂ ਉਹ ਜਿਹੜੇ ਇੰਟੈਰੋਗੇਟ ਜਿਨ੍ਹਾਂ ਨੇ ਉਹਨੂੰ ਕੀਤਾ ਕਰਕੇ ਲੱਭ ਲਿਆ ਸਭ ਕੁਝ, ਤੇ ਇਹਨਾਂ ਚੀਜ਼ਾਂ ਦਾ ਲੱਭਣਾ, ਤੇ ਜਿੰਨਾ ਚਿਰ ਇਹ ਨਾ ਲੱਭਾ ਤੇ ਫਿਰ ਆਹ ਘਟਨਾ ਵਾਪਰਦੀਆਂ ਰਹਿਣੀਆਂ, ਤੇ ਫਿਰ ਇੱਥੇ ਲੋਕ ਆਪਸ ਵਿੱਚ ਉਹ ਸਿੱਧਾ ਕਹੋ ਵੀ ਸਭ ਲਗਾਤਾਰ 2015 ਤੋਂ ਇਲੈਕਸ਼ਨ ਆਉਂਦੀ ਹੈ, ਤਾਂ ਉਦੋਂ ਵੀ ਇਹ ਬੇਅਦਬੀਆਂ ਦਾ ਮਾਮਲੇ ਸ਼ੁਰੂ ਹੁੰਦੇ ਆ। ਪਰ ਅੱਜ ਵੀ ਰੂਟੀਨ 'ਚ ਗੱਲ ਕਰੀਏ ਤੇ ਲਗਾਤਾਰ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜੇ ਤੁਸੀਂ ਦੇਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਵੱਡੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਚਲੋ ਪਰਮਾਤਮਾ ਦੀ ਕਿਰਪਾ ਹੋਈ, ਬੇਅਦਬੀ ਤਾਂ ਨਹੀਂ ਹੋਈ, ਪਰ ਸ਼ਖਸ ਵੱਲੋਂ ਅੰਦਰ ਜੰਗਲਾ ਟੱਪ ਕੇ ਪਹੁੰਚ ਗਿਆ ਜਿਹੜਾ ਸ਼ਖਸ ਸੀਗਾ। ਪਰ ਉਸ ਤੋਂ ਬਾਅਦ ਕਪੂਰਥਲੇ ਦੇ ਵਿੱਚ ਹੋਈ, ਲਗਾਤਾਰ ਬੇਅਦਬੀਆਂ ਰੁਕਣ ਦਾ ਨਾਂ ਨਹੀਂ ਲੈਂਦੀਆਂ। ਕਿੱਦਾਂ ਵੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਜੀ ਵੈਸੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਣ ਡਿਆ, ਅਸੀਂ ਵੇਖਣਾ ਕੀ ਆ, ਵੇਖਣ ਤੇ ਇਹੋ ਡੇ ਆ ਵੀ ਸਿੱਖ ਧਰਮ ਵੱਲ ਹੀ ਕਿਉਂ ਧਿਆਨ ਆ, ਸਾਡੀ ਕੌਮ ਵੱਲ ਕਿਉਂ ਧਿਆਨ ਹੈ, ਵੀ ਗੁਰੂ ਗ੍ਰੰਥ ਸਾਹਿਬ ਵੱਲ ਕਿਉਂ ਖਿਆਲ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ, ਇਹ ਕੀ ਕਰਨਾ? ਇਹ ਗਵਰਨਮੈਂਟ ਦਾ ਹੱਕ ਬੰਦਾ, ਸਾਨੂੰ ਆ ਕੇ ਸਿੱਧਾ ਬੰਦਾ ਲੱਭਦਾ। ਸਰਕਾਰਾਂ ਜਿਹੜੀਆਂ ਨਾ ਇਸ ਗੱਲ 'ਚ ਕੁਤਾਹੀ ਕਰ ਰਹੀਆਂ, ਸਰਕਾਰਾਂ ਜਿਹੜੀਆਂ ਉਹ ਲੋਕਾਂ ਨੂੰ ਇਸ ਪਾਸੇ ਵੱਲ ਧੱਕ ਰਹੀਆਂ, ਅਮਨ ਜਿਹੜਾ ਉਹ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਔਰ ਲੋਕਾਂ ਦੇ ਸਬਰ ਦੇ ਪਹਿਲੇ ਭਰੇ ਪਏ ਆ। ਸੋ ਇਹ ਜਿਹੜੀਆਂ ਗੱਲਾਂ, ਇਹਨਾਂ ਨੂੰ ਸਰਕਾਰਾਂ ਨੂੰ ਧਿਆਨ ਦੇ ਕੇ ਇਸ ਪਾਸੇ ਖਿਆਲ ਰੱਖ ਕੇ, ਸਰਕਾਰਾਂ ਦਾ ਕੰਮ ਆ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣਾ, ਬੁਰੇ ਪਾਸੋਂ ਕੱਢਣਾ, ਤੇ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੀ ਤਹਿ ਤੱਕ ਜਾ ਕੇ ਉਹਨਾਂ ਦਾ ਪਤਾ ਕਰੇ, ਕਿਹੜੀ ਏਜੰਸੀ ਇਹਨੂੰ ਘੱਲਦੀ ਆ, ਕਿਹੜਾ ਇਹਨਾਂ ਕੋਈ ਇਹ ਧੰਦਾ ਕਰਾਉਂਦਾ ਆ, ਕਿਹੜਾ ਇਹਨੂੰ ਪੈਸੇ ਦਿੰਦਾ ਆ। ਸੋ ਇਹ ਜਿਹੜੀਆਂ ਗੱਲਾਂ ਸਰਕਾਰਾਂ ਦਾ ਕੰਮ ਹੈ, ਇਹਨਾਂ ਨੂੰ ਰੋਕਣਾ, ਸਰਕਾਰਾਂ ਜਿਹੜੀਆਂ ਇਹਦੀ ਘੋਖ ਕਰਨ। ਸੋ ਇਸ ਪੱਖ ਤੋਂ ਵੇਖਦੇ ਆ ਵੀ ਇਹ ਕੋਈ ਜਿਹੜਾ ਜੇ ਇਹ ਕੰਮ ਚੱਲਦਾ ਰਿਹਾ ਤੇ ਅਮਨ ਭੰਗ ਹੋਊਗਾ। ਐਸਜੀਪੀਸੀ ਵੱਲੋਂ ਵੀ ਕੋਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ, ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਵੱਖਰਾ ਕਾਨੂੰਨ ਬਣਾਇਆ ਜਾ ਰਿਹਾ ਇਹਨਾਂ ਵਾਸਤੇ, ਕਿਉਂਕਿ ਜਿੱਥੇ ਵੀ ਇਹ ਬੇਅਦਬੀ ਹੁੰਦੀ ਤੇ ਸੰਗਤਾਂ ਦੀ ਡਿਮਾਂਡ ਹੁੰਦੀ ਹੈ ਕਿ ਦੋਸ਼ੀ ਨੂੰ ਉਸੇ ਵੇਲੇ ਹੀ ਸਜ਼ਾ ਦਿੱਤੀ ਜਾਵੇ, ਪਰ ਉਸ ਵੇਲੇ ਪ੍ਰਸ਼ਾਸਨ ਜਿਹੜਾ ਵਾ ਉਹਨੂੰ ਉਸ ਵੇਲੇ ਆਪਣੇ ਅਰੈਸਟ ਕਰਕੇ ਲੈ ਜਾਂਦਾ ਤੇ ਪੁੱਛਗਿੱਛ ਦੀ ਜਿਹੜੀ ਲੜੀ ਚੱਲ ਪੈਂਦੀ ਹੈ। ਵੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਸੰਸਥਾ, ਠੀਕ ਹੈ ਜੀ। ਅਸੀਂ ਕੋਈ ਕਾਨੂੰਨ ਤੇ ਬਣਾ ਨਹੀਂ ਸਕਦੇ, ਸਾਡੇ ਕੋਲ ਕਾਨੂੰਨ ਬਣਾਉਣ ਦੀ ਸਮਰੱਥਾ ਨਹੀਂ। ਅਸੀਂ ਤਾਂ ਸੇਵਾ ਸੰਭਾਲ ਦੀ ਗੱਲ ਕਰ ਸਕਦੇ ਹਾਂ ਵੀ ਸਾਡੀ ਸੇਵਾ ਸੰਭਾਲ। ਹੁਣ ਹਰਿਮੰਦਰ ਸਾਹਿਬ ਸਾਡੇ ਏਡੇ ਵੱਡੇ ਪ੍ਰਬੰਧ ਨੇ, ਉਹਨਾਂ ਪ੍ਰਬੰਧਾਂ 'ਚ ਵੀ ਵਾਪਰ ਗਏ। ਹੁਣ ਅਸੀਂ ਜਿਹੜਾ ਗੁਰੂ ਘਰ ਆ ਰਿਹਾ ਹੈ ਉਹਨੂੰ ਮੱਥਾ ਟੇਕਣ ਤੋਂ ਰੋਕ ਨਹੀਂ ਸਕਦੇ। ਅਸੀਂ ਮੱਥਾ ਤੇ ਉਹ ਟੇਕ ਸਕਦਾ ਨਾ, ਉਹ ਗੁਰੂ ਦੇ ਦਰਸ਼ਨ ਤੇ ਕਰ ਸਕਦਾ। ਸਾਨੂੰ ਨਹੀਂ ਪਤਾ ਲਾ ਉਹ ਕਿਸ ਭੇਸ 'ਚ ਆ ਰਿਹਾ, ਉਹ ਕਿਵੇਂ ਆ ਰਿਹਾ, ਉਹਦੇ ਮਨ 'ਚ ਕੀ ਆ, ਠੀਕ ਹੈ ਨਾ। ਉਹ ਜਿਹੜਾ ਉਦਣ ਉੱਥੇ ਉਹਨੇ ਜਿਹਨੂੰ ਮਾਰਿਆ, ਉਸ ਬੰਦੇ ਨੇ ਜਦੋਂ ਇਹ ਘਟਨਾ ਕੀਤੀ ਆ, ਅਸੀਂ CCTV ਕੈਮਰੇ ਵੇਖੇ, ਉਹ 3-4 ਦਿਨ ਤੋਂ ਉੱਥੇ ਫਿਰਨ ਰਿਹਾ, ਉਹ ਆਪਣੀ ਰੈਕੀ ਕਰਦਾ ਰਿਹਾ।
ਪਰ ਉਹ ਜਦੋਂ ਉਹਨੇ ਅੰਜਾਮ ਦੇਣਾ, ਜਦੋਂ ਉਹਨੂੰ ਪਤਾ ਲੱਗਿਆ ਰਹਿ ਰਸ ਦਾ ਸਮਾਂ ਸੀ, ਰਹਿ ਰਸ ਸਮ ਦੇ ਵਿੱਚ ਉਹਨੇ ਵੇਖਿਆ ਵੀ ਇਹ ਸਾਰੇ ਜਿਹੜੇ ਆ ਇਹ ਜਦੋਂ ਰਹਿ ਰਸ ਹੁੰਦੀ ਹੈ ਆਰਾਮ ਨਾਲ ਬਹਿ ਜਾਂਦੇ ਆ, ਪਾਠ ਸੁਣਨ ਲੱਗ ਪੈਂਦੇ ਆ, ਪਾਠ ਕਰਨ ਲੱਗ ਪੈਂਦੇ ਆ, ਤੇ ਮੈਂ ਇਹ ਘਟਨਾ ਵਾਪਰ ਔਰ ਉਸ ਟਾਈਮ ਉਹਨੂੰ ਘਟਨਾ ਨੂੰ ਅੰਜਾਮ ਦੇ ਦਿੱਤਾ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤੇ ਪ੍ਰਬੰਧ ਕਰਦੇ, ਸਿਕਿਉਰਿਟੀ ਦੇ ਪ੍ਰਬੰਧ ਕਰ ਸਕਦੀ ਆਪਣੀ, ਪਰ ਉੱਥੇ ਹੁਣ ਅਸੀਂ ਕਿਹੜੀ ਚੀਜ਼ ਨੂੰ ਨਾ ਹੀ ਮੈਟਲ ਡਿਟੈਕਟਰ ਲਾ ਕੇ ਇਹਨੂੰ ਚੈੱਕ ਕਰ ਸਕਦੇ, ਜਿਹਨੂੰ ਚੈੱਕ ਕਰਦੇ ਫਿਰ ਸਾਨੂੰ ਇਹ ਵੀ ਆਉਂਦਾ। ਮੈਂ ਅੱਜ ਵੀ ਸਵੇਰੇ ਹਰਿਮੰਦਰ ਸਾਹਿਬ ਸਾਂ ਔਰ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਜਿੱਥੇ ਜਿੱਥੇ ਸਾਨੂੰ ਕੁਝ ਜਾਪਦਾ, ਅਸੀਂ ਜਿਸ ਤਰ੍ਹਾਂ ਲੋਕ ਬੈਗ ਲੈ ਕੇ ਜਾਂਦੇ ਆ, ਲੋਕਾਂ ਨੂੰ ਬੇਨਤੀ ਕੀਤੀ ਵੀ ਬੈਗ ਜਾ ਕੇ ਗੱਡੀ ਘਰ ਜਮ੍ਹਾਂ ਕਰਾਓ, ਕੋਈ ਹੋਰ ਉਹਨਾਂ ਕੋਲ ਸਮਾਨ ਉਹ ਗੱਡੀ ਘਰ ਜਾ ਕੇ ਜਮ੍ਹਾਂ ਕਰਾਓ। ਅਸੀਂ ਕੋਸ਼ਿਸ਼ ਤੇ ਕਰਦੇ ਹਾਂ, ਪਰ ਇੱਥੇ ਜੇ ਕੋਈ ਸੰਗਤ ਦੇ ਰੂਪ 'ਚ ਸਾਡੇ ਰੂਪ 'ਚ ਜੇ ਜਾ ਕੇ ਉੱਥੇ ਕੋਈ ਇਹੋ ਜਿਹਾ ਕੰਮ ਕਰ ਦੇਵੇ ਤੇ ਫਿਰ ਅਸੀਂ ਉਸ ਸਮਰੱਥ ਹੋ ਜਾਂਦੇ। ਸੋ ਇਸ ਕਰਕੇ ਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਾਨੂੰਨ ਨਹੀਂ ਬਣਾ ਸਕਦੀ, ਸਿਕਿਉਰਿਟੀ ਆ। ਤੇ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਦਾ ਵੀ ਆਪਣੇ ਪਿੰਡਾਂ 'ਚ ਆਪਾਂ ਗੁਰੂ ਘਰ 5-5 6-6 ਬਣਾਏ ਆ ਔਰ ਉੱਥੇ ਸਾਨੂੰ ਚੰਗੇ ਪਹਿਰੇ ਨਾ ਮੰਨ ਲਓ ਆਪਣੇ ਗੇਟ ਪੱਕੇ ਕਰਕੇ, ਜਦੋਂ ਵੀ ਜਿਸ ਤਰ੍ਹਾਂ ਗ੍ਰੰਥੀ ਸਾਹਿਬ ਅੱਜ ਗਏ ਆ, ਭੈਮਸਾ ਥੋੜਾ ਸੀ ਇਹ ਗੱਲ ਹੋ ਜੂ, ਪਰ ਸਾਨੂੰ ਉਦੋਂ ਵੀ ਲੌਕ ਕਰਕੇ ਜਾਣਾ ਚਾਹੀਦਾ ਵੀ ਇਹੋ ਜਿਹਾ ਬੰਦਾ ਕੋਈ ਅੰਦਰ ਨਾ ਵੜ ਸਕੇ। ਸੋ ਇਹ ਗੱਲਾਂ ਜਿਹੜੀਆਂ ਨਾ ਸਾਡੇ ਥੋੜ੍ਹੀਆਂ ਬਹੁਤੀਆਂ ਆਪਾਂ ਇਸ ਗੱਲ ਦੇ ਖਿਆਲ ਰੱਖਾਂਗੇ, ਕਿਉਂਕਿ ਆਪਾਂ ਗੁਰੂ ਸਾਡੇ ਆ, ਦੁੱਖ ਸਾਨੂੰ ਆ ਤੇ ਪ੍ਰਬੰਧ ਵੀ ਸਾਨੂੰ ਕਰਨੇ ਪੈਣਗੇ। ਸਿੱਖ ਜਥੇਬੰਦੀਆਂ ਦੇ ਲੋਕ ਵੀ ਮੌਜੂਦ ਨੇ, ਇੱਥੇ ਪਹੁੰਚੇ ਹੋਏ ਨੇ। ਭਾਈ ਕਾਬਲ ਸਿੰਘ ਜੀ ਸ਼ਾਹਪੁਰ, ਹਾਂਜੀ ਸ਼ਾਹਪੁਰ ਸਾਹਿਬ, ਕਿੱਦਾਂ ਵੇਖਦੇ ਹੋ ਤੁਸੀਂ ਕਿ ਬੜੀ ਮੰਦਭਾਗੀ ਘਟਨਾ ਹੋਈ ਹੈ ਸਾਡੇ ਸਰਹੱਦੀ ਤਹਿਸੀਲ ਅਜਨਾਲਾ ਦੇ ਵਿੱਚ, ਜਿਹੜੀ ਫੇਰ ਇੱਕ ਜਿਹੜੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ? ਵੇਖੋ ਬਹੁਤ ਹੀ ਮੰਦਭਾਗੀ ਘਟਨਾ ਅੱਜ ਪਿੰਡ ਭੱਗੂਪੁਰਾ ਤਹਿਸੀਲ ਅਜਨਾਲਾ ਦੇ ਵਿੱਚ ਜਿਹੜੀ ਵਾਪਰੀ ਆ, ਔਰ ਇਹ ਜਿਹੜੀ ਘਟਨਾ ਵਾਪਰੀ ਹੈ ਅਚਾਨਕ ਤੇ ਹੋਈ ਨਹੀਂ, ਇਹ ਇੱਕ ਬੜਾ ਪਲੈਨਡ ਪ੍ਰੋਗਰਾਮ ਆ। ਜਿੱਦਣ ਕਪੂਰਥਲੇ 'ਚ ਘਟਨਾ ਹੋਈ ਸੀਗੀ ਬੇਅਦਬੀ ਦੀ, ਤੇ ਉਸ ਬੰਦੇ ਨੇ ਵੀ ਉਹ ਪ੍ਰਬੰਧਕਾਂ ਕੋਲੇ ਮੰਨਿਆ ਸੀ ਕਿ ਵੀ ਸਾਡੇ ਘੱਟੋ ਘੱਟ ਵੀ ਤੇ 19-20 ਬੰਦੇ ਸਾਡੇ ਛੱਡੇ ਆ, ਤੇ ਜਿਹੜੇ ਬੰਦਿਆਂ ਨੂੰ ਇਹੋ ਡਿਊਟੀ ਲੱਗੀ ਆ ਵੀ ਤੁਸੀਂ ਬੇਅਦਬੀਆਂ ਕਰਨੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ। ਇਹ ਪਲੈਨਡ ਪ੍ਰੋਗਰਾਮ ਆ, ਏਜੰਸੀਆਂ ਦਾ ਕੰਮ ਆ, ਏਜੰਸੀਆਂ ਨੇ ਇਹ ਬੰਦੇ ਛੱਡੇ ਆ, ਤੇ ਇਹ ਉਹਨਾਂ ਚਿਰ ਤੱਕ ਘਟਨਾਵਾਂ ਰੁਕਣੀਆਂ ਨਹੀਂ ਜਿੰਨਾ ਚਿਰ ਤੱਕ ਇਹਨਾਂ ਬੰਦਿਆਂ ਨੂੰ ਸੋਧਾ ਨਾ ਲੱਗਾ। ਪਹਿਲਾ ਸੋਧਾ ਸਿੰਘੂ ਬਾਰਡਰ ਤੇ ਲੱਗਾ, ਦੂਜਾ ਦਰਬਾਰ ਸਾਹਿਬ ਤੇ ਤੀਜਾ ਕਪੂਰਥਲੇ, ਤੇ ਅੱਜ ਚੌਥਾ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਬੰਦਾ ਜਾਊਗਾ ਨਹੀਂ ਇੱਥੋਂ, ਸਾਡੀ ਕੋਸ਼ਿਸ਼ ਹੋਊਗੀ। ਸ਼ਾਹਪੁਰ ਸਾਹਿਬ, ਜਦੋਂ ਤੁਸੀਂ ਸੋਧਾ ਸੰਗਤਾਂ ਲਾ ਦਿੰਦੀਆਂ, ਸੰਗਤਾਂ ਵਿੱਚ ਰੋਸ ਹੁੰਦਾ ਆ, ਪਰ ਬਾਅਦ ਵਿੱਚ ਜਿਹੜੀ ਸੰਗਤਾਂ ਹੁੰਦੀਆਂ ਨੇ ਉਹਨਾਂ ਦੀ ਕਾਰਵਾਈ ਹੋ ਜਾਂਦੀ ਹੈ। ਕਪੂਰਥਲੇ ਦੀ ਗੱਲ ਕੀਤੀ ਤੇ ਉੱਥੇ ਹੀ ਗ੍ਰੰਥੀ ਸਿੰਘ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਗਿਆ ਵਾ, ਤੁਸੀਂ ਵੇਖਿਆ ਉਹਦੀ ਵੀ ਅਰੈਸਟ ਪਾ ਲਈ ਗਈ ਆ। ਕਿੱਦਾਂ ਵੇਖਦੇ ਹੋ ਜੇ ਇਦਾਂ ਹੀ ਸਜ਼ਾਵਾਂ ਦੇਣ ਵਾਲਿਆਂ ਨੂੰ ਵੀ ਜਿਹੜੀ ਆ ਸਜ਼ਾ ਪੁਲਿਸ ਅਰੈਸਟ ਕਰ ਲੈਂਦੀ ਆ, ਉਹ ਕਿੱਦਾਂ ਵੇਖਦੇ? ਸਿੱਖ ਪੰਥ ਦੇ ਨਾਲ ਸ਼ੁਰੂ ਤੋਂ ਧੱਕੇ ਹੁੰਦੇ ਆਏ ਆ, ਪਰ ਸਿੱਖ ਪੰਥ ਇਹਨਾਂ ਧੱਕਿਆਂ ਤੋਂ ਡਰਦਾ ਨਹੀਂ। ਜੇ ਅਨੰਦਪੁਰ ਸਾਹਿਬ ਘਟਨਾ ਹੋਈ ਸੀ ਤੇ ਉਹ ਬੰਦਾ ਪੁਲਿਸ ਨੂੰ ਫੜਾਇਆ ਤੇ ਪੁਲਿਸ ਨੇ ਕੀ ਰਿਜ਼ਲਟ ਕੱਢਿਆ, ਉਹਦਾ ਕੋਈ ਰਿਜ਼ਲਟ ਨਿਕਲਿਆ? ਅੱਜ ਤੋਂ ਪਹਿਲਾਂ ਘੱਟੋ ਘੱਟ ਵੀ ਤੇ 500 ਦੇ ਲਗਭਗ ਪੰਜਾਬ ਦੇ ਵਿੱਚ ਬੇਅਦਬੀਆਂ ਹੁਣ ਤੱਕ ਹੋ ਚੁੱਕੀਆਂ। ਜਿੰਨੇ ਵੀ ਬੰਦੇ ਫੜ ਕੇ ਪੁਲਿਸ ਨੂੰ ਦਿੱਤੇ ਆ, ਪੁਲਿਸ ਨੇ ਕੋਈ ਰਿਜ਼ਲਟ ਕੱਢਿਆ? ਇੱਕ ਹੀ ਗੱਲ ਪੁਲਿਸ ਕੋਲੇ ਘੜੀ ਘੜਾਈ ਗੱਲ ਹੁੰਦੀ ਆ ਭਈ ਇਹ ਬੰਦਾ ਜਿਹੜਾ ਆ ਇਹ ਮੈਂਟਰੀ ਅਫਸਰ ਸੀਗਾ, ਔਰ ਉਹ ਮੈਂਟਰੀ ਅਫਸਰ ਹੋਇਆ ਵੀ ਹੁੰਦਾ ਆ, ਨਸ਼ੇ ਕਰਕੇ ਗੋਲੀਆਂ ਖਾ ਕੇ, ਜਾਂ ਜਿਹੜਾ ਬੰਦਿਆਂ ਨੇ ਉਹਨੂੰ ਭੇਜਿਆ ਉਹਨਾਂ ਨੇ ਇੱਕ ਨੂੰ ਟਾਰਗੇਟ ਦਿੱਤਾ, ਤੁਹਾਨੂੰ ਕਿ ਇਹੋ ਜਿਹੇ ਉਹਨੂੰ ਡੋਜ਼ਾਂ ਦਿੱਤੀਆਂ ਹੁੰਦੀਆਂ ਵੀ ਉਹ ਬੰਦਾ ਕੁਝ 35-36 ਘੰਟੇ ਤੱਕ 40 ਘੰਟੇ ਤੱਕ ਉਹ ਬੰਦਾ ਅਪਸੈਟ ਹੋਇਆ ਰਹਿੰਦਾ। ਉਹ ਇਸੇ ਚੱਕਰ ਦੇ ਵਿੱਚ ਹੀ ਆ ਕੇ ਉਹ ਬੇਦਬੀਆਂ ਕਰਦਾ, ਉਹਨੂੰ ਪਤਾ ਨਹੀਂ ਹੁੰਦਾ ਵੀ ਇਸ ਚੀਜ਼ ਦਾ ਅੰਜਾਮ ਕੀ ਨਿਕਲਣਾ। ਪੁਲਿਸ ਜਿੰਨਾ ਮਰਜ਼ੀ ਕਰੀ ਜਾਵੇ, ਪਰਚੇ ਹੋਏ ਆ, ਕੋਈ ਗੱਲ ਨਹੀਂ, ਪਰਚਾ ਹੋ ਗਿਆ ਤੇ ਫਿਰ ਕਿਹੜੀ ਗੱਲ ਆ, ਜੇਲ੍ਹਾਂ ਸਿੱਖਾਂ ਵਾਸਤੇ ਬਣੀਆਂ ਆ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਪਰ ਇਹ ਗੱਲ ਹੈਗੀ ਹੈ ਵੀ ਜੇਲ੍ਹ ਦੇ ਵਿੱਚ ਉਹ ਜਾਣਾ ਸਿੱਖ ਨੂੰ ਉਹਨੂੰ ਚਾਹੀਦਾ ਵੀ ਕੋਈ ਕੌਮ ਦਾ ਕੰਮ ਕਰਕੇ, ਧਰਮ ਦਾ ਕੰਮ ਕਰਕੇ, ਇਹ ਨਹੀਂ ਵੀ ਕਿਸੇ ਨਾਲ ਲੋਕਾਂ ਨਾਲ ਲੜਾਈ ਕਰਕੇ ਤੇ ਆਪਾਂ ਜੇਲ੍ਹਾਂ ਦੇ ਵਿੱਚ ਤੁਰੇ ਫਿਰੀਏ। ਇਹੋ ਜਿਹੀ ਘਟਨਾ ਕੋਈ ਨਹੀਂ, ਪੁਲਿਸ ਦਾ ਵੀ ਡਰ ਕੋਈ ਨਹੀਂ, ਕਿਸੇ ਪਰਚਿਆਂ ਦਾ ਡਰ ਕੋਈ ਨਹੀਂ। ਇਸ ਬੰਦੇ ਨੂੰ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਵੀ ਇਹ ਬੰਦੇ ਨੂੰ ਸੋਧਾ ਲਾਵਾਂਗੇ ਇੱਥੇ। ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਜੇ ਪ੍ਰਸ਼ਾਸਨ ਅੱਜ ਨੂੰ ਅਰੈਸਟ ਕਰਕੇ ਲੈ ਜਾਂਦਾ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜੇ ਪ੍ਰਸ਼ਾਸਨ ਵਾਕਿਆ ਹੀ ਸੁਹਿਰਦ ਹੈ, ਇਹਦੀ ਤਹਿ ਤੱਕ ਜਾਣਾ ਚਾਹੁੰਦਾ, ਤੇ ਇਸ ਬੰਦੇ ਨੂੰ ਘੱਟ ਤੋਂ ਘੱਟ 36 ਤੋਂ 40 ਘੰਟੇ ਇਸੇ ਜਗ੍ਹਾ ਤੇ ਰੱਖਿਆ ਜਾਊਗਾ। ਪ੍ਰਸ਼ਾਸਨ ਆਪਣੀ ਨਿਗਰਾਨੀ ਦੇ ਵਿੱਚ ਰੱਖੇ, ਸੰਗਤ ਵੀ ਇਸੇ ਤਰ੍ਹਾਂ ਲੱਗੇ ਰਹੂਗੀ। 40 ਘੰਟੇ ਬਾਅਦ ਜਦੋਂ ਇਹ ਬੰਦੇ ਦਾ ਨਸ਼ਾ ਲੱਥੂਗਾ, ਫਿਰ ਇਸ ਬੰਦੇ ਨੂੰ ਇੰਟਰੋਗੇਟ ਕਰਾਂਗੇ, ਫਿਰ ਪ੍ਰਸ਼ਾਸਨ ਕਰ ਲੈ ਇੰਟਰੋਗੇਟ, ਪ੍ਰਸ਼ਾਸਨ ਕਰੇ, ਪ੍ਰਸ਼ਾਸਨ ਕੱਢੇ ਇਹਦੇ ਵਿੱਚੋਂ ਕੀ ਨਿਕਲਦਾ, ਕਿੱਥੋਂ ਆਉਂਦਾ, ਕੀ ਹੁੰਦਾ ਇਹਦਾ ਸਾਰਾ, ਇਹਦੀ ਬੈਕਗਰਾਉਂਡ। ਦਰਬਾਰ ਸਾਹਿਬ ਬੇਅਦਬੀ ਹੋਈ ਅਜੇ ਤੱਕ ਉਹਦਾ ਪ੍ਰਸ਼ਾਸਨ ਕੋਲ ਲੱਭਿਆ ਹੀ ਨਹੀਂ, ਉਹਦਾ ਬੰਦਾ ਕਿੱਥੋਂ ਦਾ। ਇਹ ਬੰਦੇ ਵੇਖੋ, ਦਰਬਾਰ ਸਾਹਿਬ ਜਿਹੜੀ ਬੇਅਦਬੀ ਹੋਈ ਆ, ਆਪਾਂ ਆਧਾਰ ਕਾਰਡ ਬੰਦੇ ਅੰਗੂਠਾ ਲਾਉਣੇ, ਸਾਰਾ ਬਾਇਓਡਾਟਾ ਆ ਜਾਂਦਾ, ਉਸ ਬੰਦੇ ਦਾ ਅੰਗੂਠਾ ਲੈ ਕੋਈ ਬਾਇਓਡਾਟਾ ਨਹੀਂ ਆਇਆ, ਉਹਨਾਂ ਦੇ ਸਾਰੇ ਬਾਇਓਡਾਟੇ ਡਿਲੀਟ ਕਰਕੇ ਭੇਜੇ ਆ। ਇਹਨਾਂ ਬੰਦਿਆਂ ਦਾ ਅੰਗੂਠਾ ਲੈ ਬਾਇਓਡਾਟਾ ਨਹੀਂ ਹੋਣਾ। ਇਹਨਾਂ ਬੰਦਿਆਂ ਦਾ ਪ੍ਰਸ਼ਾਸਨ ਨੇ ਇਹਨਾਂ ਨੂੰ ਨਹੀਂ, ਇਹਨਾਂ ਦਾ ਅੱਗਾ ਪਿਛਾ ਲੱਭ ਸਕਦੇ ਕੁਝ ਵੀ। ਇਹਨਾਂ ਬੰਦਿਆਂ ਦਾ ਇੱਕ ਹੀ ਹੱਲ ਆ ਵੀ ਇਹਨਾਂ ਬੰਦਿਆਂ ਨੂੰ ਮੌਕੇ 'ਤੇ ਸੋਧਾ ਲੱਗੇ, ਤੇ ਬਸ ਅੱਗੇ ਵਾਸਤੇ ਜਿਹੜਾ ਹੋਰ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਕੋਈ ਕਰਨ ਦੀ ਸੋਚਦਾ, ਤੇ ਉਹ 100 ਵਾਰੀ ਪਹਿਲਾਂ ਸੋਚੇ ਵੀ ਮੈਂ ਬਚ ਕੇ ਨਹੀਂ ਆਉਣਾ ਜੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ। ਤੇ ਇਹੋ ਜਿਹਾ ਹੱਲ ਆ, ਕਿਉਂਕਿ 500 ਤੋਂ ਵੱਧ ਬੇਅਦਬੀਆਂ ਪੰਜਾਬ 'ਚ ਹੋ ਚੁੱਕੀਆਂ ਹੁਣ ਤੱਕ। ਬੰਦੇ ਫੜਾਏ ਆ ਸੰਗਤਾਂ ਨੇ ਪੁਲਿਸ ਨੂੰ, ਪਰ ਉਹਦਾ ਰਿਜ਼ਲਟ ਹੀ ਕੋਈ ਨਹੀਂ ਨਿਕਲਦਾ। 295 ਦਾ ਪਰਚਾ ਕਰਦੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ।
ਸੋ ਇਸ ਕਰਕੇ ਇਹਨਾਂ ਬੰਦਿਆਂ ਨੇ ਜਿੱਡੀ ਵੱਡੀ ਗਲਤੀ ਕੀਤੀ ਆ, ਸਜ਼ਾ ਵੀ ਓਡੀ ਵੱਡੀ ਇਹਨਾਂ ਨੂੰ ਮਿਲਣੀ ਚਾਹੀਦੀ ਆ। ਬਾਕੀ ਜੇ ਇਹ ਬੰਦੇ ਜਿਹਨੂੰ ਮਾਰੇ ਨੇ ਸੇਵਾ ਲਈ, ਜੇ ਕਿਸੇ ਨੇ ਸੇਵਾ ਲੁੱਟੀ ਇਹਦੀ, ਉਹ ਬੰਦੇ ਤੇ ਪਰਚਾ ਹੋਣਾ ਯਕੀਨਨ ਹੋਣਾ। ਪੁਲਿਸ ਆਪ ਦੀ ਕਾਰਵਾਈ ਕਰੂਗੀ, ਸੰਗਤ ਆਪ ਦੀ ਕਾਰਵਾਈ ਕਰੂਗੀ। ਸਿੱਖਾਂ ਵਿੱਚ ਜਿਹੜਾ ਭਾਰੀ ਰੋਸ ਆ ਤੇ ਰੋਸ ਦੇ ਨਾਲ ਚੱਲਦੇ ਉਹਨਾਂ ਵੱਲੋਂ ਇੱਕ ਇਹ ਵੀ ਗੱਲ ਕਹੀ ਜਾ ਰਹੀ ਕਿ 36 ਘੰਟਿਆਂ ਲਈ ਇਸ ਬੰਦੇ ਨੂੰ ਇਸ ਗੁਰਦੁਆਰੇ ਵਿੱਚ ਹੀ ਰੱਖਿਆ ਜਾਊਗਾ। ਉਹਦਾ ਨਸ਼ਾ ਲਰਤਣ ਤੋਂ ਬਾਅਦ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਅਤੇ ਪੁਲਿਸ ਵੱਲੋਂ ਵੀ ਜਿਹੜੀ ਪੁੱਛਗਿੱਛ ਇਸੇ ਹੀ ਸਥਾਨ ਤੇ ਕਰਵਾਈ ਜਾਊਗੀ ਅਤੇ ਇਸ ਨੂੰ ਸੋਧਾ ਵੀ ਇੱਥੇ ਹੀ ਲਗਾਇਆ ਜਾਏਗਾ। ਪਰ ਆਉਣ ਵਾਲੇ ਸਮੇਂ 'ਚ ਵੇਖਣਾ ਹੋਊਗਾ ਕਿ ਪੁਲਿਸ ਜਿਹੜੀ ਆ ਉਹ ਕਿੱਦਾਂ ਦੀਆਂ ਕਾਰਵਾਈਆਂ ਕਰਦੀ ਹੈ। ਸਾਡੇ ਨਾਲ ਇੱਥੇ ਮੌਕੇ ਤੇ ਭਾਈ ਅਮਰੀਕ ਸਿੰਘ ਜੀ ਅਜਨਾਲਾ ਵੀ ਪਹੁੰਚੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਈ ਸਾਹਿਬ ਜੀ, ਅੱਜ ਮੌਕੇ ਤੇ ਤੁਸੀਂ ਪਹੁੰਚੇ ਹੋਏ ਦੁਖਦਾਈ ਘਟਨਾ ਦੇ ਵਿੱਚ ਤੁਸੀਂ ਵੇਖਿਆ ਸਾਰਾ ਅੱਖੀਂ ਆਣ ਕੇ ਕਿ ਕਿਸ ਤਰੀਕੇ ਨਾਲ ਸੰਗਤਾਂ ਦੇ ਮਨ ਵਿੱਚ ਰੋਸ ਆ ਤੇ ਇਹ ਜਿਹੜੀ ਵੱਡੀ ਬੇਅਦਬੀ ਅੱਜ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਿੰਡ ਜਸਤਰਵਾਰ ਦੀਆਂ ਹਵੇਲੀਆਂ ਦਾ ਗੁਰਦੁਆਰਾ ਸਾਹਿਬ ਹੈ। ਸੰਗਤ ਨੇ ਬੜੀ ਪ੍ਰੇਮ ਭਾਵਨਾ ਦੇ ਨਾਲ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦਰਬਾਰ ਤਿਆਰ ਕੀਤਾ, ਲੰਗਰ ਦਾ ਵਧੀਆ ਪ੍ਰਬੰਧ ਆ। ਪਰ ਇਹ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2009 ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਈਆਂ ਸੀ, ਅੱਜ ਗੁਰਮੁਖੋ ਇਹ ਘਟਨਾਵਾਂ ਬੇਅਦਬੀ ਵਾਲੀਆਂ ਵਾਪਰਦੀਆਂ ਨੂੰ 14 ਸਾਲ ਹੋ ਗਿਆ। ਕੌਣ ਕਰਦਾ ਹੈ, ਕਿਉਂ ਕਰਦਾ ਹੈ, ਕੌਣ ਕਰਾਉਂਦਾ, ਇਹਦੇ ਪਿੱਛੇ ਕੌਣ ਆ, ਇਹਦੇ ਬਾਰੇ ਸਰਕਾਰ ਤੇ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਦੱਸਿਆ। ਕਈ ਵੀਰਾਂ ਦਾ ਇਹ ਰੋਸ ਵੀ ਹੁੰਦਾ ਹੈ ਕਿ ਜਿਹੜਾ ਦੋਸ਼ੀ ਫੜਿਆ ਜਾਂਦਾ ਉਹਨੂੰ ਮਾਰਨਾ ਨਹੀਂ ਚਾਹੀਦਾ। ਗੁਰਮੁਖੋ ਤੁਹਾਡੀ ਗਿਆਤ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਦਾ, 4 ਘਟਨਾਵਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੀਆਂ ਸੀ। ਪੰਜਵੀਂ ਘਟਨਾ ਫਿਰ ਅੱਜ ਤੋਂ 3 ਸਾਲ ਪਹਿਲਾਂ ਵਾਪਰੀ ਸੀ। ਇੱਕ ਜਨਾਨੀ ਗੁਜਰਾਤ ਦੀ ਰਹਿਣ ਵਾਲੀ ਆ, ਜਿਹਨੇ ਸੁਖਮਨੀ ਸਾਹਿਬ ਦਾ ਪਾਵਨ ਗੁਟਕਾ ਸਾਹਿਬ ਪਾਠ ਕਰਕੇ ਬਹੁਤ ਵੱਡਾ ਅਪਰਾਧ ਕੀਤਾ, ਉਹ ਵੀ ਪੁਲਿਸ ਦੇ ਹਵਾਲੇ ਕੀਤੀ। ਇੱਕ ਬੰਦੇ ਨੇ ਕੈਮੀਕਲ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਸਰੂਪਾਂ ਤੇ ਪਾਇਆ, ਉਹ ਵੀ ਪ੍ਰਸ਼ਾਸਨ ਦੇ ਹਵਾਲੇ ਕੀਤਾ। ਇੱਕ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਜਗ੍ਹਾ ਤੇ ਪ੍ਰਕਾਸ਼ਮਾਨ ਹਰਿਮੰਦਰ ਸਾਹਿਬ ਹੁੰਦੇ ਆ, ਉਹ ਵੀ ਬੰਦਾ ਪ੍ਰਸ਼ਾਸਨ ਦੇ ਹਵਾਲੇ ਕੀਤਾ। ਇੱਕ ਜੰਗਲੇ ਦੇ ਉੱਪਰੋਂ ਦੀ ਟੱਪ ਕਰਕੇ ਇਹ 2009 ਦੀਆਂ ਘਟਨਾਵਾਂ ਜਿਹੜੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਦਾ, ਉਹ ਵੀ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ। ਇੱਕ ਜਿਹੜੀ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਸ੍ਰੀ ਅਕਾਲ ਤਖਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਆਉਂਦੀ ਆ, ਉਹਦੇ ਵਿੱਚ ਜਨਾਨੀ ਵੜ ਕੇ ਬਹਿ ਜਾਂਦੀ ਆ। ਜਿਹੜੇ ਪਾਲਕੀ ਸਾਹਿਬ ਲਿਆਉਣ ਵਾਲੇ ਸੇਵਾਦਾਰ, ਉਹਨਾਂ ਨੂੰ ਕਹਿੰਦੀ ਕਿ ਮੇਰੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਆ, ਮੈਨੂੰ ਹਰਿਮੰਦਰ ਸਾਹਿਬ ਲੈ ਕੇ ਜਾਓ, ਉਹ ਵੀ ਪ੍ਰਸ਼ਾਸਨ ਦੇ ਹਵਾਲੇ ਕੀਤੀ ਆ। ਅਣਗਿਣਤ ਇਹ ਘਟਨਾਵਾਂ ਕਰਨ ਵਾਲੇ ਦੋਸ਼ੀ ਅਸੀਂ ਪ੍ਰਸ਼ਾਸਨ ਦੇ ਹਵਾਲੇ ਕੀਤੇ, ਪਰ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਵੀ ਨਹੀਂ ਦੱਸਿਆ ਕਿ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ, ਇਹਦਾ ਨਾਂ ਕੀ ਆ, ਇਹਦਾ ਸੂਬਾ ਕਿਹੜਾ, ਇਹਦਾ ਪਿੰਡ ਕਿਹੜਾ, ਇਹਦਾ ਜ਼ਿਲ੍ਹਾ ਕਿਹੜਾ, ਇਹਦੇ ਮਾਂ ਪਿਓ ਦਾ ਨਾਂ ਕੀ ਆ। ਗੁਰਮੁਖੋ ਅੱਜ ਤੱਕ ਸਾਨੂੰ ਜਿਉਂ ਦਾ ਤਿਉਂ ਨਹੀਂ ਦੱਸਿਆ। ਇਸ ਕਰਕੇ ਅੱਜ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੂੰ ਗੁਰਮੁਖੋ 14 ਸਾਲ ਹੋ ਗਏ ਆ। ਹੁਣ ਵੀ ਅੱਜ ਜਿਹੜਾ ਬੰਦਾ ਫੜਿਆ, ਉਹਨੇ ਬਹੁਤ ਜ਼ਿਆਦਾ ਨਸ਼ਾ ਕੀਤਾ, ਸੰਗਤ ਨੇ ਬਣਦੀ ਉਹਦੀ ਸੇਵਾ ਵੀ ਕੀਤੀ ਆ। ਪਰ ਹੁਣ ਸੰਗਤ ਦਾ ਮੌਕੇ ਦਾ ਫੈਸਲਾ ਇਹ ਹੈ ਕਿ ਜਿੰਨਾ ਚਿਰ ਤੱਕ ਇਹ ਬੰਦਾ ਆਪਣੇ ਮੂੰਹ ਤੋਂ ਆਪਣਾ ਨਾਂ, ਆਪਣੇ ਮਾਪਿਓ ਦਾ ਨਾਂ, ਆਪਣੇ ਪਿੰਡ ਦਾ ਨਾਂ, ਆਪਣੇ ਸੂਬੇ ਦਾ ਨਾਂ, ਜਾਂ ਜਿਸ ਬੰਦੇ ਨੇ ਇਹਨੂੰ ਪ੍ਰੇਰ ਕਰਕੇ ਇਸ ਘਟਨਾ ਕਰਨ ਵਾਸਤੇ ਭੇਜਿਆ, ਜਿੰਨਾ ਚਿਰ ਇਹ ਗੱਲਾਂ ਖੁਲਾਸਾ ਨਹੀਂ ਕਰਦਾ, ਉਹਨਾਂ ਚਿਰ ਤੱਕ ਇਸ ਕਮਰੇ ਦੇ ਅੰਦਰ ਬੰਦ ਰਹੇਗਾ। ਮੈਂ ਵੀ ਸੰਗਤਾਂ ਦੇ ਇਸ ਫੈਸਲੇ ਨਾਲ ਸਹਿਮਤ ਹਾਂ ਕਿ ਇਹ ਦੋਸ਼ੀ ਪੁਲਿਸ ਦੇ ਹਵਾਲੇ ਕੀਤੇ ਜਾਂਦੇ ਆ। ਪੁਲਿਸ ਪ੍ਰਸ਼ਾਸਨ ਤੇ ਵੱਡੇ ਅਫਸਰਾਂ ਦੇ ਉੱਪਰ ਸਰਕਾਰਾਂ ਦੇ ਸੂਬਾ ਸਰਕਾਰਾਂ ਦੇ ਉੱਪਰ ਸੈਂਟਰ ਸਰਕਾਰ ਦਾ ਦਬਾਅ ਹੁੰਦਾ, ਇਸ ਕਰਕੇ ਉਹ ਮਸਲਾ ਜਿਉਂ ਦਾ ਤਿਉਂ ਰਹਿ ਜਾਂਦਾ। ਪਰ ਜਿਹੜਾ ਇੱਥੇ ਸੰਗਤ ਨੇ ਫੈਸਲਾ ਲਿਆ, ਮੈਂ ਸੰਗਤਾਂ ਦੇ ਫੈਸਲੇ ਨਾਲ ਸਹਿਮਤ ਹਾਂ ਕਿ ਜਿੰਨਾ ਚਿਰ ਇਹ ਬੰਦਾ ਆਪਣਾ ਨਾਂ, ਆਪਣੇ ਮਾਪਿਓ ਦਾ ਨਾਂ, ਆਪਣੇ ਪਿੰਡ ਦਾ ਨਾਂ, ਕਿੱਥੋਂ ਦਾ ਰਹਿਣ ਵਾਲਾ, ਕਿ ਸੂਬੇ ਦੇ ਰਹਿਣ ਵਾਲਾ, ਕਿਸ ਬੰਦੇ ਨੇ ਪ੍ਰੇਰ ਕਰਕੇ ਇਸ ਘਟਨਾ ਕਰਨ ਵਾਸਤੇ ਇਹਨੂੰ ਘੱਲਿਆ, ਜਿੰਨਾ ਚਿਰ ਤੱਕ ਇਹ ਖੁਲਾਸਾ ਨਹੀਂ ਹੁੰਦਾ, ਸੰਗਤਾਂ ਵੀ ਇੱਥੇ ਰਹਿਣਗੀਆਂ, ਪ੍ਰਸ਼ਾਸਨ ਵੀ ਇੱਥੇ ਰਹੇਗਾ ਤੇ ਉਹ ਦੋਸ਼ੀ ਵੀ ਇੱਥੇ ਰਹੇਗਾ। ਮੈਂ ਆਪਣੇ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੇਕਰ ਆਪਾਂ ਚਾਹ ਪ੍ਰੇਮ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਬਣਾਏ ਆ ਨਾ, ਤੇ ਉਹਨਾਂ ਦੇ ਅੰਦਰ ਆਪਾਂ 24 ਘੰਟੇ ਦੀ ਪਹਿਰੇਦਾਰੀ ਕਰੀਏ। 14 ਸਾਲ ਇਹ ਘਟਨਾ ਵਾਪਰਦੀ ਨੂੰ ਬੀਤ ਗਿਆ, ਪਰ ਗੁਰਮੁਖੋ ਅਜੇ ਤੱਕ ਸਾਡੀ ਸਿਹਤ ਦੇ ਉੱਪਰ ਕੋਈ ਵੀ ਫਰਕ ਨਹੀਂ। ਘਰਾਂ ਦੀ ਪਹਿਰੇਦਾਰੀ ਰਖਵਾਲੀ ਕਰਦੇ ਆ, ਪਰ ਜਿਸ ਗੁਰੂ ਦਾ ਦਿੱਤਾ ਆਪਾਂ ਖਾਂਦੇ ਆ, ਜਿਸ ਗੁਰੂ ਦੀ ਬਦੌਲਤ ਅਸੀਂ ਧਰਤੀ ਤੇ ਤੁਰੇ ਫਿਰਦੇ ਆ, ਉਹਨਾਂ ਘਰਾਂ ਦੀ, ਗੁਰੂ ਘਰਾਂ ਦੀ ਅਸੀਂ ਅਜੇ ਵੀ ਅਣਗਹਿਲੀ ਕਰਦੇ ਆ। ਜੇਕਰ ਇੱਥੇ 24 ਘੰਟੇ ਦੀ ਪਹਿਰੇਦਾਰੀ ਹੁੰਦੀ, ਆਹ ਬੇਅਦਬੀ ਵਾਲੀ ਘਟਨਾ ਸਾਨੂੰ ਕਦੇ ਵਾਸਤੇ ਵੇਖਣ ਨੂੰ ਨਾ ਮਿਲਦੀ। ਮੈਂ ਦੁਬਾਰਾ ਫਿਰ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬ ਬਣਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਆ, ਉੱਥੇ ਆਪਾਂ 24 ਘੰਟੇ ਦੀ ਪਹਿਰੇਦਾਰੀ ਕਰੀਏ।
ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹੋ ਜੀ ਅਣਸੁਖਾਵੀਂ ਘਟਨਾ ਵੇਖਣ ਨੂੰ ਨਾ ਮਿਲੇ। ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਜਾਂ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਦੇ ਨਾਲੋਂ ਵੱਡਾ ਕੋਈ ਅਪਰਾਧ ਨਹੀਂ। ਇਸ ਜਗ੍ਹਾ ਤੇ ਪਹੁੰਚੋ ਤਾਂ ਕਿ ਆਪਾਂ ਇਸ ਦੋਸ਼ੀ ਤੋਂ ਪਤਾ ਕਰ ਸਕੀਏ ਕਿ ਇਹਨੇ ਕਿਉਂ ਕੀਤੀ ਬੇਅਦਬੀ, ਇਹ ਕਿੱਥੋਂ ਦੇ ਰਹਿਣ ਵਾਲਾ, ਇਹਦਾ ਨਾਂ ਕੀ ਆ, ਇਹਦੇ ਮਾਪਿਓ ਦਾ ਨਾਂ ਕੀ ਆ। ਜਿੰਨਾ ਚਿਰ ਇਹ ਖੁਲਾਸਾ ਨਾ ਹੋਇਆ ਆਪਾਂ ਉਹਨਾਂ ਚਿਰ ਤੱਕ ਇੱਥੇ ਬੈਠੇ ਰਹਿਣਾ। ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਮੀਡੀਆ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਇਸ ਬੇਅਦਬੀ ਵਾਲੀ ਖਬਰ ਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਯਤਨ ਕੀਤਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤੇ ਜਿਹੜੀਆਂ ਸੰਗਤਾਂ ਅਜੇ ਪਹੁੰਚੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ, ਆਪਾਂ ਰਹਿਣਾ ਕਾਨੂੰਨ ਦੇ ਦਾਇਰੇ ਅੰਦਰ ਆ, ਅਮਨ ਸ਼ਾਂਤੀ ਬਣਾਈ ਰੱਖਣੀ ਆ, ਪ੍ਰਸ਼ਾਸਨ ਦਾ ਸਹਿਯੋਗ ਕਰਨਾ, ਕਿਉਂਕਿ ਪ੍ਰਸ਼ਾਸਨ ਕਹਿੰਦਾ ਸਾਡਾ ਸਹਿਯੋਗ ਕਰੋ। ਜਦੋਂ ਸਹਿਯੋਗ ਕਰੋਗੇ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਨੂੰ ਕਰਕੇ ਦੱਸਾਂਗੇ। ਆਪਾਂ ਪ੍ਰਸ਼ਾਸਨ ਦਾ ਸਹਿਯੋਗ ਕਰਨਾ, ਪਰ ਜਿੰਨਾ ਚਿਰ ਤੱਕ ਇਹ ਦੋਸ਼ੀ ਆਪਣਾ ਅਸਲੀਅਤ ਪਤਾ ਟਿਕਾਣਾ ਨਹੀਂ ਦੱਸਦਾ ਉਹਨਾਂ ਚਿਰ ਤੱਕ ਇਸ ਕਮਰੇ ਅੰਦਰ ਬੰਦ ਰਹੇਗਾ। ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਸੰਗਤਾਂ ਦੇ ਵਿੱਚ ਰੋਸ ਜਾਰੀ ਆ ਤੇ ਭਾਈ ਸਾਹਿਬ ਵੱਲੇ ਤੇ ਸੰਗਤਾਂ ਨੇ ਇੱਕ ਫੈਸਲਾ ਲਿਆ ਕਿ ਜਦ ਤੱਕ ਇਹ ਦੋਸ਼ੀ ਕੋਲੋਂ ਕੋਈ ਸਬੂਤ ਨਹੀਂ ਦੱਸਦਾ ਕਿ ਕਿੱਥੋਂ ਆਇਆ, ਕਿੱਥੋਂ ਦਾ ਰਹਿਣ ਵਾਲਾ ਹੈ, ਜਾਣਕਾਰੀ ਨਹੀਂ ਦਿੰਦਾ ਤੱਕ ਇੱਥੇ ਸਿੰਘਾਂ ਦੇ ਮੋਰਚੇ ਲੱਗੇ ਰਹਿਣਗੇ। ਬਾਕੀ ਅਸੀਂ ਹੁਣ ਗੱਲ ਕਰਾਂਗੇ ਪੁਲਿਸ ਪ੍ਰਸ਼ਾਸਨ ਨਾਲ ਕਿ ਉਹਨਾਂ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤੇ ਡੀਐਸਪੀ ਜੀ ਪਹੁੰਚੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਸਰ, ਕੀ ਮਸਲਾ ਹੈ ਸਾਰਾ ਸਾਹਮਣੇ? ਤੁਸੀਂ ਵੇਖ ਰਹੇ ਹੋ ਕਿ ਅੱਜ ਇੱਕ ਸ਼ਰਾਰਤੀ ਅਨਸਰ ਵੱਲੋਂ ਜਿਹੜੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹ ਭੱਗੂਪੁਰ ਹਵੇਲੀਆਂ ਪਿੰਡਾਂ ਥਾਣਾ ਪੈਂਦੀ ਸਦਾ ਜੀ। ਉੱਥੇ ਦੁਪਹਿਰੇ ਕੋਈ 12:30 ਵਜੇ ਗ੍ਰੰਥੀ ਸਾਹਿਬ ਗਏ ਸੀ ਕੁਛ 10 ਮਿੰਟ ਵਾਸਤੇ ਆਪਣੇ ਕੋਈ ਬਾਹਰ, ਤੇ ਇਹ ਬੰਦਾ ਅੰਦਰ ਆ ਵੜਿਆ ਵਾ। ਇਹਨੇ ਅੰਦਰ ਮਾਲਾ ਸਾਹਿਬ ਨੂੰ ਚੁੱਕਿਆ, ਚੌਰ ਸਾਹਿਬ ਨੂੰ ਘੁਮਾਉਂਦਾ ਬਾਹਰ ਆ ਗਿਆ, ਬੇਅਦਬੀ ਕੀਤੀ ਉਹਨੇ। ਤੇ ਇਹਨੂੰ ਚਲੋ ਪਿੰਡ ਦੇ ਜਿਹੜੇ ਸੰਗਤ ਉਹਨਾਂ ਨੂੰ ਕਾਬੂ ਕੀਤਾ ਵਾ। ਤੇ ਜਿਹੜੀ ਇਹਦੇ ਹਾਲੇ ਇਹਦਾ ਦੱਸ ਨਹੀਂ ਕੁਛ ਵੀ ਰਿਹਾ ਵੀ ਕਿਹੜਾ ਕਿੱਥੇ ਦਾ ਕਿਹੜੇ ਸਟੇਟ ਦਾ ਯੂਪੀ ਕਹਿ ਰਿਹਾ ਵਾ, ਬਟ ਇਹਦੀ ਕੋਈ ਲੈਂਗੁਏਜ ਵੀ ਨਹੀਂ ਸਮਝ ਆ ਰਹੀ ਕੀ ਕਹਿ ਰਿਹਾ ਵਾ। ਤੇ ਹੁਣ ਸਾਡੇ ਲੈ ਕੋਲ ਹੀ ਹੈ, ਇਹਨੂੰ ਦੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਫਿਰ ਜੀ ਵਰਤ ਕਰਾਂਗੇ। ਪਿੰਡ ਵਾਸੀਆਂ ਦਾ ਕਹਿਣਾ ਕਿ ਇਸ ਨੂੰ ਇੱਥੇ ਹੀ ਰੱਖਿਆ ਜਾਏਗਾ, ਇਹਨੂੰ ਬਾਹਰ ਨਹੀਂ ਭੇਜਿਆ ਜਾਏਗਾ। ਕੀ ਹੁਣ ਪੁਲਿਸ ਪ੍ਰੋਟੈਕਸ਼ਨ 'ਚ ਲੈ ਲਿਆ ਗਿਆ ਇਹਨੂੰ ਕਿ ਨਾ ਇਹ ਆਮ ਜਨਤਾ ਦੇ ਕੋਲ ਹੀ ਰੱਖਿਆ ਜਾਊਗਾ ਇਹਨੂੰ? ਨਹੀਂ, ਹਾਲੇ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹਨਾਂ ਨਾਲ, ਦੇਖਦੇ ਕੀ ਬਣਦਾ। ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ। ਮੌਕੇ ਤੇ ਸਾਰੀ ਪੁਲਿਸ ਪਹੁੰਚੀ ਹੋਈ ਆ ਤੇ ਸਾਰੇ ਮਾਮਲੇ ਨੂੰ ਸਾਂਭਣ ਦੀ ਜਿਹੜੀ ਆ ਕਾਰਵਾਈ ਚੱਲਦੀ ਪਈ ਆ। ਬਾਕੀ ਆਉਣ ਵਾਲੇ ਸਮੇਂ 'ਚ ਵੇਖਣਾ ਹੋਊਗਾ ਕਿ ਕਦ ਤੱਕ ਜਿਹੜੀ ਇਹਨਾਂ ਸ਼ਰਾਰਤੀ ਅਨਸਰਾਂ ਉੱਤੇ ਠੱਲ ਪੈਂਦੀ ਆ ਤੇ ਬੇਅਦਬੀਆਂ ਦੇ ਮਾਮਲੇ ਰੁਕਦੇ ਨੇ। ਤੁਸੀਂ ਜੁੜੇ ਰਹੋ ਇੱਦਾਂ ਪ੍ਰਾਈਮੋ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਪ੍ਰਾਈਮੋ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋर्ट। यहाँ पर बाबा तेरा नाम क्या है? जेठारुल बाबा, जेठारुल भाई साहब जी फोन थोड़ा पीछे कर लियो। दिल्ली से बाबा। कब आया? दिल्ली से 300 कब आया? बहुत दूर। कितने दिन से जाओ? बहुत दूर। हाँ ठीक। नहीं, अब जो तुमने किया क्यों किया वो तो किया है जो आपके साथ है। बहुत से सामान है हमारा भैया है। कितना भाई वाला तुम? महीना बहुत है, 1 लाख बहुत महीना है। गोली कौन सी खाई? गोली बहुत खाई कितनी? गोली खाई। कितना दी थी? बहुत किसने दी थी गोली? वो बहुत पर किसने दी थी गोली? वो दादा दी। कहाँ रहे? कितने दिन से आओ? वो तो दादा किसके पास रहे? दादा के पास। दादा कहाँ रहता है? दादा तो गुरुद्वारा रामताली गुरुद्वारा। रामताली गुरुद्वारा। खड़े कहाँ रहे तुम? यहाँ कब आए? यहाँ तो बहुत दिन बाद। खाना वाना कहाँ से खाते थे? यहाँ पर किसके पास खाते थे खाना? आपके पास। कहाँ किसके पास? आपके पास ही। तुम्हारा गाँव है छाटका टला बिहार में कि यूपी में? यूपी। जहाँ पर कब का आया? यहाँ तो अभी आया है। कब? अभी तो आया। क्या करने आया था जहाँ पर? यहाँ पर तो नहीं आया था। आपका तो गाइयाँ वैया लाई। आपका गांव का नाम नहीं है। किसने भेजा आपको? कोई नहीं भेजा है। पैसा मिला आपको? नहीं मिला है। क्या करने आया था जहाँ पर? नहीं आया था, नहीं मिला हमारा। कब का आया जहाँ पर?
यहाँ भी रामताली कहाँ है? रामताली कंजरी कंजरी इंडिया गेट वहाँ पर क्या करता था? वहाँ पर इंडिया गेट इंडिया के बाबा राम टाली क्या लेने आया फिर था? ਉੱਥੇ ਹੋਊਗਾ। गुरुद्वार पर के कुछ नहीं लेने आया था भाई, मैं तो कुछ भी नहीं लिए जाते। ਇੰਡੀਆ ਨਹੀਂ ਗੇਟ ਟਾਲੀ ਰਾਮ ਸਾਹਿਬ ਟਾਹਲੀ ਵੀ- ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ ਛਾਉਣੀ ਦੇ ਵਿੱਚ ਨਹੀਂ ਰਾਮਟਾਲੀ ਕਹਿ ਰਿਹਾ ਉਹ ਰਾਮ ਟਾਲੀ ਕੱਕੜੀਆਂ ਇੰਡੀਆ ਗੇਟ ਰਾਮਟਾਲੀ ਦੇ ਕੱਕੜੀਆਂ ਤੇ ਇੰਡੀਆ ਗੇਟ ਜਿਹੜਾ ਉਹ ਖਾਣਾ ਕਹਾਂ ਸਿਖਾਇਆ इंडिया गेट ਖਾਣਾ ਬਣਾ ਕੇ ਇਹ ਨਾ ਜਿਹੜਾ ਮਸਲਾ ਬਣ ਕਰਦਾ ਨਾ ਇਹ ਨਾ ਤੇ ਭਾਗਦਾ ਨਾ ਤੇ ਭਾਗਦਾ ਮਤਲਬ आ रहा है, तो बेदबी क्यों किया? मेरे तो गुरुद्वार पर नहीं पठाया है, मेरे को तो नहीं पठाया है आपका नंबर, किसने भेजा आपको गुरुद्वारे? नहीं भेजा है आपका, नहीं भेजा है क्या करने गया था गुरुद्वारे में अंदर? गुरुद्वारा का दादा नहीं भेजा मैं, अंदर क्या करने गया था तू? नहीं गया ਦਾਦਾ ਕੌਣ ਹੈ था। ਦਾਦਾ ਕੌਣ ਹੈ दादा तो ये है, ਦਾਤਾ ਨੇ ਵਿੱਚ ਬਾਬਾ ਅੰਦਰ ਬਾਬਾ ਨੂੰ किसने भेजा था अंदर जाने के लिए? अंदर जाने के लिए बाबा बोले चलो, क्या बोला था? বাবা বলেছে গালতা করি তো যদি গালতা করি আমায় নমস্কার নমস্কার করব গুরু গুরু বলল নমস্কার ভাড়া দিব দিব ও গরু গুরু রামদাস দিব নমস্কার নমস্কার তাদের গাড়ি গাড়ি বলবো আল্লাহ বললো আল্লাহ একবার লাই ইল্লাল্লাহু নমস্কার করব করব গাড়ি বললো নমস্কার গাড়ি গাড়ি দিব এটিএম এটিএম আইসক্রিম রফিকুল বলবো রফিকুল এটিএম এটিএম আইসক্রিম ਬਸ ਖਲੋ ਜਾ